पीके जी वाई मीडिया ग्रुप वालों रेडियो वाई चैनल वाले स्वागत है सर और ओपनिंग स्टेटमेंट सर तुहाडे कोलों सुनांगे। Thank you very much, sir, and good morning to all our listeners. जी ਇਹ ਜਿਹੜਾ ਇੰਟਰਸਟ ਸੀਗਾ ਲਾਸਟ ਵੀਕ ਬੈਂਜਾਮਿਨ ਤਾਲ ਸਾਹਿਬ ਦੀ ਇੱਕ ਕਾਨਫਰੰਸ ਸੀਗੀ ਵੈਨਕੂਵਰ ਦੇ ਅੰਦਰ ਮਾਰਕੀਟ ਪ੍ਰੋਫੈਸ਼ਨਲਸ ਕੈਨੇਡਾ MPC ਸਾਡੇ ਅਯਾਜ਼ ਬਾਂਜੀ ਵੀ ਉੱਥੇ ਹੀ ਸੀਗੇ ਔਰ ਮੈਨੂੰ ਬਾਰ-ਬਾਰ ਹਰ ਅੱਧੇ ਘੰਟੇ ਬਾਅਦ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀਗੀਆਂ ਐਂਡ ਬੈਂਜਾਮਿਨ ਤਾਲ ਸਾਹਿਬ ਨੇ ਬੜਾ ਕਲੀਅਰ ਉੱਥੇ ਕਹਿਤਾ ਸੀਗਾ ਲਾਸਟ ਵੀਕ ਕਿ 50 ਬੇਸਿਸ ਪੁਆਇੰਟ ਨਾਓ ਐਂਡ 25 ਬੇਸਿਸ ਪੁਆਇੰਟ 7th of December ਅਗਰ ਇੱਥੇ ਤੱਕ ਜਾਂਦੇ ਨੇ ਤੇ ਜਿਹੜਾ ਆਲਰੇਡੀ ਜਿਹੜਾ ਰਿਸੈਸ਼ਨ ਵਾਲਾ ਮਾਹੌਲ ਬਣਿਆ ਪਿਆ ਉਹ ਜਿਹੜਾ ਹੈਗਾ ਬੜੇ ਸੌਫਟ ਤਰੀਕੇ ਨਾਲ ਬੈਠ ਜਾਏਗਾ ਐਂਡ ਆਈ ਵਿਲ ਨਾਟ ਕਾਲ ਇਟ ਅ ਰਿਸੈਸ਼ਨ ਲੇਕਿਨ ਐਕਚੁਅਲੀ ਮੈਂ ਬੋਲ ਰਿਹਾ ਮੈਨੂੰ ਨਹੀਂ ਪਤਾ ਮੋਗਾ ਸਾਹਿਬ ਪਹਿਲੇ ਕੀ ਬੋਲ ਰਹੇ ਸੀ ਮੈਂ ਜਸਟ ਜੁਆਇਨ ਕੀਤਾ ਮੈਂ ਰਿਪੀਟ ਨਾ ਕਰਦਿਆਂ ਕੋਈ ਚੀਜ਼ ਲੇਕਿਨ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਅਗਰ ਇਹ 4.5 ਜਾਂ 4.8 ਤੱਕ ਜਿਹੜਾ ਕਿ ਲੋਕੀ ਐਕਸਪੈਕਟ ਕਰ ਰਹੇ ਨੇ ਅਗਰ ਇੱਥੇ ਚਲੇ ਗਏ ਤੇ ਪੱਕੀ ਗੱਲ ਹੈ ਕਿ ਅਸੀਂ रिसेशन वाल जरूर चले जाएंगे एंड आई स्ट्रांगली सजेस्ट नॉट टू ओवरशूट कॉल इट ए डे बस 7 दिसंबर ਨੂੰ कॉल इट ए डे कर दिओ ਤੇ ਤਾਂ ਕਿ ਬੜੀ ਇੰਟਰਸਟਿੰਗ ਉਹਨਾਂ ਨੇ ਗੱਲ ਉੱਥੇ ਕੀਤੀ ਇਸ ਕਾਨਫਰੰਸ ਅੰਦਰ ਬੜਾ ਹੀ ਚੰਗਾ ਲੱਗਿਆ ਮੈਨੂੰ ਪੜ੍ਹ ਕੇ ਕਿ ਉਹ ਕਹਿ ਰਹੇ ਨੇ ਕਿ ਅਗਰ ਬੈਂਕ ਆਫ ਕੈਨੇਡਾ ਨੂੰ ਦੋ ਆਪਸ਼ਨ ਦਿੱਤੇ ਜਾਣ one is recession and the other is inflation they will gladly accept the recession any day ਉਹ ਇਨਫਲੇਸ਼ਨ ਵੱਲ ਨਹੀਂ ਜਾਣਗੇ ਜਿੰਨਾ ਮਰਜ਼ੀ ਉਹਨਾਂ ਨੂੰ ਕਰਨਾ ਪੈ ਜਾਏ ਉਹ ਰਿਸੈਸ਼ਨ ਨੂੰ ਹਟਾਣਗੇ ਰਿਸੈਸ਼ਨ ਜਾਣਗੇ ਉਹ ਬੈਂਕ ਆਫ ਕੈਨੇਡਾ ਦਾ ਬੈਂਕ ਆਫ ਇੰਗਲੈਂਡ ਦਾ ਐਗਜ਼ਾਮਪਲ ਦੇ ਰਹੇ ਸੀਗੇ ਕਿ ਵੀ ਉਹ ਵੀ ਏਮ ਕਰ ਰਹੇ ਨੇ ਫॉर ਰਿਸੈਪਸ਼ਨ ਐਂਡ ਦੇ ਆਰ ਚੀਰਿੰਗ ਫॉर ਰਿਸੈਸ਼ਨ ਔਰ ਉਹ ਕਹਿ ਰਹੇ ਸੀ ਕਿ ਹਾਲਾਂਕਿ ਬੈਂਕ ਆਫ ਕੈਨੇਡਾ ਵੀ ਇਹ ਚੀਜ਼ ਚਾਹੇਗਾ ਕਿ ਇਨਫਲੇਸ਼ਨ ਦੇ ਬਜਾਏ ਰਿਸੈਸ਼ਨ because but बैंक ऑफ कनाडा इज फेमस फॉर इन्फ्लेशन फाइटर तो अपनी रेपुटेशन खराब नहीं होने देना चाहता जिस करके वो बड़ी इंटरेस्टिंग गल सी जी और बड़ी मैं बड़ा फैन है ना मैं उन्होंने बड़ा स्टडी करना ते या बाकी रियल एस्टेट ਦੇ ਉੱਤੇ ਤੇ ਇਹਦਾ ਅਸਰ ਪੈ ਹੀ ਰਹੇਗਾ नो डाउट अगर कहोगे तो ਅੱਗੇ ਜਾ ਕੇ ਦੀ ਫਿਗਰਸ ਵਗੈਰਾ ਸੀ ਡਿਟੇਲ ਰੀਅਲ एस्टेट ਦੇ ਉੱਤੇ ਜਿਹੜਾ ਸਰਵੇ ਹੋਇਆ ਸੀ 3-4 ਦਿਨ ਪਹਿਲੇ ਉਹ ਡਿਸਕਸ ਕਰ ਲਾਂਗੇ ਠੀਕ ਹੈ ਜੀ बिल्कुल बिल्कुल जी मैं एक मिनट पंकज जी को जाना चाहना फिर वापस ਤੁਹਾਡੇ ਕੋਲ आना रियल एस्टेट के नंबर भी सारे डिटेल ਦੇ डिस्कशन करनी है सर सारे बड़े इंपॉर्टेंट ने हफ्ते तक एक बार करते हैं सारे इंतजार रहता है कि पीके जी पंकज जी कदों आउन वेंसडे वाले दिन पंकज जी ਜਿਹੜਾ पीके जी गल कर रहे हैं हाँ हुण ਜਿਹੜੇ नंबर्स ने अनएम्पलॉयमेंट घट है ठीक है वेजिस ਜਿਹੜੀਆਂ ਨੇ 5% ਦੀ ग्रोथ है वेजिस ਦੇ ਵਿੱਚ ਉਹ ਵੀ ਇੱਕ ਚੰਗਾ ਪੋਜ਼ਿਟਿਵ ਫੈਕਟਰ ਹੈ ਦੋ ਚੰਗੇ ਫੈਕਟਰ ਨਜ਼ਰ ਆ ਰਹੇ ਨੇ ਅੱਛਾ ਇਨਫਲੇਸ਼ਨ ਨੂੰ ਟੇਨ ਡਾਊਨ ਕਰਨ ਲਈ ਜੇ ਰਿਸੈਸ਼ਨ ਆਉਂਦਾ ਹੈ ਤੇ ਉਹ आएगा नहीं आएगा किद्दां दे हालात होणगे आउण वाले टाइम के विच 2022 जिहड़ा रहेगा 23 तुसीं इकोनॉमी दे स्टैंड पॉइंट ऑफ व्यू तो जरा एनालिसिस पेश करो सर देखो इधर जी हुणे जिवें पीके जी ने दस्सिया ना जिवें मिस्टर ताल ने भी पिछले स्पीक जिहड़ी स्टेटमेंट दित्तियां ने बैंक ऑफ कैनेडा हुणे जिहड़े टिस मकल्लम दी जिहड़ी प्रेस कॉन्फ्रेंस चलदी पई है उन्होंने यही गल कही है यही चीज दोहराई है उन्होंने कहा कि मैं हुणे पहला भी मेरी स्टेटमेंट से कहा सीगा मल्टीपल ऑफ लो ग्रोथ क्वार्टर और नो ग्रोथ सो मल्टीपल नो ग्रोथ क्वार्टर्स ਦਾ ਮਤਲਬ ਹੁੰਦਾ ਹੈ ਅਸੀਂ ਟੈਕਨੀਕਲ ਰਿਸੈਸ਼ਨ ਚ ਸੋ ਬੇਸਿਕਲੀ ਉਹ ਟੈਕਨੀਕਲ ਰਿਸੈਸ਼ਨ ਦੀ ਗੱਲ ਕਰ ਰਹੇ ਨੇ ਖੁਦ ਹੀ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਔਰ ਮਲਟੀਪਲ ਕਹਿ ਰਹੇ ਨੇ ਇਹ ਨਹੀਂ ਹੈ ਕਿ ਇੱਕ ਦੋ ਆ ਗਏ ਵੀ ਉਸ ਤੋਂ ਬਾਅਦ ਟੈਕਨੀਕਲ ਕਹਿਤਾ ਉਹ ਕਹਿੰਦੇ ਨੇ ਅਗਲੇ ਸਾਲ ਦੀ ਜਿਹੜੀ ਗਰੋਥ ਹੀ ਉਹਨਾਂ ਨੇ 0.9 ਕਰ ਦਿੱਤੀ ਲੈਸ ਦੈਨ 1% ਗਰੋਥ ਪੂਰੀ ਇਕਨੋਮੀ ਦੀ ਇਸ ਦਾ ਮਤਲਬ ਕਈ ਕੁਆਟਰ ਜਿਹੜੇ ਨੇ ਉਹ ਜਾਣਗੇ ਮਾਈਨਸ ਕੋਈ ਇੱਕ ਅੱਧਾ ਕੁਆਟਰ ਉੱਪਰ ਆਏਗਾ ਉਹਦੇ ਚ ਸੋ ਬੇਸਿਕਲੀ ਜਿਵੇਂ ਤੁਸੀਂ ਗੱਲ ਕੀਤੀ ਹੈ ਸਿਚੁਏਸ਼ਨ ਜਿਹੜੀ ਜੌਬ ਗਰੋਥ ਹੈ ਹਲੇ ਵੀ ਅਸੀਂ ਅਨਐਮਪਲੋਇਮੈਂਟ ਹਲੇ ਵੀ ਸਾਡਾ ਸਟਰੋਂਗ ਚੱਲਦਾ ਪਿਆ ਜਿਹੜੀ ਸੈਲਰੀਜ਼ ਵੇਜਿਸ ਨੇ ਉਹ ਵੀ ਵੱਧ ਰਹੀਆਂ ਨੇ ਉਹ ਵੀ ਸਟਰੋਂਗ ਚੱਲਦੀਆਂ ਪਈਆਂ ਨੇ ਸੋ ਬੇਸਿਕਲੀ ਸਲੋ ਡਾਊਨ ਆਏਗਾ ਲੇਕਿਨ ਨਾਲ ਹੋ ਕੀ ਰਿਹਾ ਕੰਪਨੀਆਂ ਨਾਲ ਯੂਵੀ ਜੀ ਕੰਪਨੀਆਂ ਸਾਰੀਆਂ ਜਿੰਨੇ ਵੀ ਕਾਰਪੋਰੇਸ਼ਨਸ ਨੇ ਵੱਡੀਆਂ ਕੰਪਨੀਆਂ ਨੇ ਲਾਰਜ ਕੈਪ ਜਿਹੜੀਆਂ ਨੇ ਉਹ ਇਹ ਦੇਖ ਰਹੀਆਂ ਨੇ ਕਿ ਰਿਸੈਸ਼ਨ ਆਏਗਾ लेकिन बहुत ही छोटा रिसेशन रहेगा जिस हिसाब की सिचुएशन चलती थी अगर रिसेशन छोटा रहेगा तो उस सिचुएशन च एम्प्लॉयज ਨੂੰ ਜਾਣ ਕਿਉਂ ਦਿੱਤਾ ਜਾਵੇ ਕਿਉਂ ਲੇ ਆਫ ਕੀਤੇ ਜਾਣ ਉਹ ਐਮਪਲੋਈ ਕਿਤੇ ਹੋਰ ਨਾ ਚਲੇ ਜਾਣ ਉਹਨਾਂ ਕੋਲ ਜਿਹੜਾ ਟੈਲੈਂਟ ਹੈ ਇਸ ਵੇਲੇ ਉਹਨਾਂ ਨੂੰ ਉਸ ਟੈਲੈਂਟ ਦੀ ਜ਼ਰੂਰਤ ਅਗਲੇ ਸਾਲ ਤੋਂ ਬਾਅਦ ਫਿਰ ਪੈਣੀ ਹੈ ਉਹਨਾਂ ਨੂੰ ਸੋ ਇੱਕ ਵਾਰੀ ਉਹਨਾਂ ਨੂੰ ਰੱਖਿਆ ਜਾਵੇ ਅਗਰ ਕੰਮ ਘੱਟ ਹੈ ਤਾਂ ਵੀ ਰੱਖਿਆ ਜਾਵੇ ਜੌਬ 'ਚ ਰੱਖਿਆ ਜਾਵੇ ਉਹਨਾਂ ਨੂੰ ਤਾਂ ਕਿ ਉਹ ਆਪਦਾ ਟੈਲੈਂਟ ਲੂਜ਼ ਨਾ ਕਰਨ ਨਹੀਂ ਤਾਂ ਹੋਰ ਕੋਈ ਚੱਕ ਕੇ ਲੈ ਜਾਏਗਾ ਉਹ ਕਿਤੇ ਹੋਰ ਜੌਬ ਕਰਨਾ ਸ਼ੁਰੂ ਕਰ ਦੇਣਗੇ ਇਹ ਸਿਚੁਏਸ਼ਨ ਬੜੀ ਅਜੀਬ ਜੀ ਸਿਚੁਏਸ਼ਨ ਖੜੀ ਹੋਈ ਪਈ ਹੈ ਵੱਡੀਆਂ ਕੰਪਨੀਆਂ ਵਾਸਤੇ ਹਰ ਕੰਪਨੀ ਵਾਸਤੇ ਸਿਚੁਏਸ਼ਨ ਅਜੀਬ ਜੀ ਖੜੀ ਹੋਈ ਪਈ ਹੈ ਤਾਂ ਹੀ ਇੱਥੇ ਐਨੇ ਲੇ ਆਫ ਨਹੀਂ ਹੁੰਦੇ ਪਏ
ਜਿਹੜੇ ਕਿ ਸਲੋ ਡਾਊਨ ਤੋਂ, ਔਰ ਸਲੋ ਡਾਊਨ 'ਚ ਵੀ ਤੁਸੀਂ ਦੇਖੋਗੇ ਆਉਣ ਵਾਲਾ ਜਿਹੜਾ ਸਲੋ ਡਾਊਨ ਹੈ ਉਹਦੇ 'ਚ ਵੀ ਇੰਨੇ ਜ਼ਿਆਦਾ ਥੱਲੇ ਨਹੀਂ ਜਾਣਗੇ ਜਾਂ ਸਪੈਂਡਿੰਗ ਘਟ ਜਾਏਗੀ, ਕਿਉਂਕਿ ਸਭ ਨੂੰ ਇਹ ਦਿਖੇਗਾ ਕਿ ਇਹ ਚੀਜ਼ਾਂ ਅਸੀਂ ਪੈਸਾ ਖਤਮ ਹੋਣਾ ਸ਼ੁਰੂ ਹੋ ਜਾਏਗਾ ਜਾਂ ਬੋਨਸਿਸ ਘਟ ਜਾਣਗੇ ਲੋਕਾਂ ਦੇ, ਉਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ। ਸੋ ਉਹ ਸਿਚੁਏਸ਼ਨ 'ਚ ਆ ਕੇ ਜਿਹੜੀ ਕੰਜ਼ਿਊਮਰ ਹੈ, ਕੰਜ਼ਿਊਮਰ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬਿਗ ਟਿਕਟ ਆਈਟਮ ਜਿਹੜੀਆਂ ਕ੍ਰੈਡਿਟ ਕਾਰਡ ਤੇ ਨੇ, ਹੁਣ ਜਿਵੇਂ ਅੱਜ ਦੀ ਰਿਪੋਰਟ 'ਚ ਹੈਗਾ ਜਿਹੜੀਆਂ ਵੱਡੀਆਂ ਚੀਜ਼ਾਂ ਨੇ ਉਹ ਸਲੋ ਡਾਊਨ ਹੋ ਗਈਆਂ ਨੇ, ਉਹਦੇ 'ਚ ਵਿਕਣਾ ਬੰਦ ਹੋ ਗਿਆ। ਆਉਣ ਵਾਲਾ ਜਿਹੜਾ ਟਾਈਮ ਹੈ ਥੋੜਾ ਜਿਹਾ ਟਾਈਟ ਟਾਈਮ ਹੈ, 1-1.5 ਸਾਲ ਥੋੜਾ ਜਿਹਾ ਸੰਭਲ ਕੇ ਚੱਲਣ ਵਾਲਾ ਟਾਈਮ ਹੈ, ਲੇਕਿਨ ਜੋਬ ਪੱਖੋਂ ਇੰਨੀਆਂ ਜੋਬਸ ਨਹੀਂ ਜਾਣਗੀਆਂ ਤੁਸੀਂ ਦੇਖੋ। ਬਿਲਕੁਲ ਥੋੜੀ 30 ਸੈਕਿੰਡ ਮੈਂ ਐਡ ਕਰਾਂਗਾ। ਇਕਨੋਮਿਸਟ ਇਹ ਵੀ ਗੱਲ ਕਰ ਰਹੇ ਨੇ ਕਿ ਜਿਹੜਾ ਇਨਫਲੇਸ਼ਨ ਥੋੜਾ ਜਿਹਾ ਥੱਲੇ ਆਇਆ 6.9, ਉਹ 50% ਆਫ ਦਾ ਕ੍ਰੈਡਿਟ ਗੋਜ਼ ਟੂ ਦਾ ਸਪਲਾਈ ਚੇਨ ਪ੍ਰੈਸ਼ਰ ਜਿਹੜਾ ਈਜ਼ ਹੋਇਆ ਸੀਗਾ। ਹੁਣ ਅੱਜ ਕੱਲ੍ਹ ਸਮਾਨ ਮਿਲਣਾ ਸ਼ੁਰੂ ਹੋ ਗਿਆ ਮਾਰਕੀਟ ਦੇ ਅੰਦਰ, ਈਜ਼ ਹੋ ਗਿਆ ਥੋੜਾ ਜਿਹਾ। 50% ਕ੍ਰੈਡਿਟ ਗੋਜ਼ ਟੂ ਦੈਟ, ਨਾਟ ਟੂ ਦ ਇੰਟਰਸਟ ਰੇਟ ਹਾਈਕ। ਸੋ ਦੈਟ ਕਰਕੇ ਇਸ ਕਰਕੇ ਇਹਨਾਂ ਨੂੰ 7 ਦਸੰਬਰ ਦੇ ਬਾਅਦ ਰੋਕ ਦੇਣਾ ਚਾਹੀਦਾ ਹੈ। ਦੇ ਸ਼ੁਡ ਕਾਲ ਇਟ ਅ ਡੇ ਐਂਡ ਸੀ ਵਟ ਹੈਪਨਸ ਫॉर द नेक्स्ट 6 months। ਆਟੋਮੈਟਿਕਲੀ ਇਹ ਆਪਣੇ ਹੋਏਗਾ, ਕਿਉਂਕਿ ਇਹ ਸਾਰਾ ਕ੍ਰੈਡਿਟ ਇਹਦੇ ਉੱਤੇ ਨਾ ਲੈਣਗੇ ਅਸੀਂ ਇੰਟਰਸਟ ਵਧਾਤਾ ਤੇ ਜੀ ਲੋ ਜੀ ਕਰਕੇ ਥੋੜਾ ਜਿਹਾ ਇਨਫਲੇਸ਼ਨ ਥੱਲੇ ਆ ਗਿਆ। ਇਹਨੂੰ ਥੋੜਾ ਜਿਹਾ ਨੂੰ ਕੁਦਰਤ ਉੱਤੇ ਛੱਡਣਾ ਚਾਹੀਦਾ ਹੈ। ਹੁਣ ਬਹੁਤ ਹੋ ਗਿਆ। 7 ਦਸੰਬਰ ਦਾ ਇਹਨਾਂ ਨੂੰ ਵੇਟ ਐਂਡ ਵਾਚ ਵਾਲੀ ਪਾਲਿਸੀ ਅਪਣਾਉਣੀ ਚਾਹੀਦੀ ਹੈਗੀ। ਪੀਕੀ ਜੀ ਅੱਜ ਕਿਸ ਮੁਕੱਲਮ ਸਾਹਿਬ ਨੇ ਕਹਿ ਦਿੱਤਾ ਹੈ, ਉਹਨਾਂ ਨੇ ਕਹਿ ਦਿੱਤਾ ਹੈ। ਅੱਛਾ ਉਹਨੇ ਕਹਿ ਦਿੱਤਾ ਉਹਨਾਂ ਨੇ, oh yes, we are near the end of hiking cycle, ਉਹਨਾਂ ਨੇ ਵਰਡ ਯੂਜ਼ ਕਰ ਦਿੱਤਾ ਹੈ, we are very near good the hiking cycle, so that means 7 December might be the last one, क्योंकि nearing कहना ही बड़ी अलग चीज है, लेकिन वो ये नहीं कह रहे ने कि कितना ਵਧਾਵਾਂਗੇ। वो कह रहे हैं हो सकता है 25 ਵਧਾਈ, हो सकता है 50 ਵਧਾਈ। तो वो सिचुएशन हले भी हैगी है, लेकिन they have already told कि उस तो बाद वो देखणगे, क्योंकि जिस सिचुएशन चो आके खड़े हो गए ने इंटरेस्ट रेट इस वेले उस पोजीशन पे पहुंच गया जिस पोजीशन से पहुंचाना चाह रहे हैं। सो लेट्स सी ਕੀ ਹੁੰਦਾ, बट दे आर एंड ऑफ द साइकिल, दे ऑलरेडी। I'll be very happy अगर 25 ਜਾਂ 50 ਕਰਨ, ਮੋਸਟ ਪ੍ਰੋਬਬਲੀ 25 ਅਗਰ ਇਹਨੂੰ ਲਾਸਟ ਕਰਨ ਤੇ 6 ਮਹੀਨੇ ਘੱਟ ਤੋਂ ਘੱਟ ਜੂਨ ਤੱਕ ਵੇਟ ਕਰਨ, ਮੈਨੂੰ ਲੱਗਦਾ ਹੈ ਕਿ ਆਟੋਮੈਟਿਕਲੀ ਥੱਲੇ ਵੱਲ ਜਾਏਗਾ ਜੀ ਇਨਫਲੇਸ਼ਨ ਜੀ। ਠੀਕ ਹੈ, ਹੁਣ ਥੋੜੀ ਜਿਹੀ ਗੱਲ ਜਰਾ ਕਰ ਲੈਂਦੇ ਹਾਂ ਕਿ ਇਹਦਾ ਰੀਅਲ ਸਟੇਟ ਦੇ ਉੱਤੇ ਕੀ ਅਸਰ। ਸਰ ਪਹਿਲਾਂ ਥੋੜਾ ਜਿਹਾ ਇਸ ਤੋਂ ਪਹਿਲਾਂ ਕਿ ਅੱਗੇ ਕੀ ਅਸਰ ਹੋਏਗਾ ਇਹ ਕਰਨ ਤੋਂ ਪਹਿਲਾਂ ਪੀਕੇ ਜੀ ਫਰਵਰੀ ਮਾਰਚ ਵਿੱਚ ਤਾਂ ਪੀਕ ਸੀਗਾ ਘਰਾਂ ਦਾ, ਉਹ ਤਾਂ ਘਟਣਾ ਹੀ ਸੀਗਾ, ਚਲੋ ਕਰੈਕਸ਼ਨ ਹੋ ਗਈ, ਘਟ ਗਿਆ, ਥੱਲੇ ਆ ਗਿਆ। ਹੁਣ ਜੇ ਅਸੀਂ ਪਿਛਲੇ 1-2 ਮਹੀਨੇ ਦਾ ਦੇਖੀਏ, ਪਿਛਲੇ 3 ਮਹੀਨੇ ਦਾ ਪਹਿਲਾਂ ਐਨਾਲਿਸਿਸ ਦਿਓ ਕਿ ਜਿਹੜੇ ਇੰਟਰਸਟ ਰੇਟ ਵਧੇ ਨੇ ਪਿਛਲੇ 3 ਮਹੀਨੇ ਰੀਅਲ ਸਟੇਟ ਤੇ ਕੀ ਅਸਰ ਹੈ, ਉੱਥੇ ਖੜ ਗਈ ਹੈ ਕਿ ਹਜੇ ਥੱਲੇ ਜਾਈ ਜਾ ਰਹੀ ਹੈ ਜਾਂ ਕਿੱਦਾਂ, ਕੀ ਮਾਮਲਾ ਪਿਛਲੇ 3 ਮਹੀਨੇ ਦਾ ਪਹਿਲਾਂ। ਸਰ ਜੀ ਮਲਟੀਪਲ ਆਫਰ ਦੇ ਅੰਦਰ ਕਾਰ ਵਿਕ ਰਹੇ ਨੇ, ਅਗਰ ਪ੍ਰਾਈਸ ਰਾਈਟ ਹੈ ਨਾ ਮਲਟੀਪਲ ਆਫਰ ਦੇ ਕਰ ਵਿਕੇ ਨੇ। ਸਾਡਾ ਕਰ 999 ਦਾ ਲਿਸਟ ਹੋਇਆ ਪਿਆ, 1,165 ਦਾ ਵਿਕਿਆ। ਐਸੀ ਗੱਲ ਨਹੀਂ, ਇਫ ਦਾ ਪ੍ਰਾਈਸ ਰਾਈਟ। ਮੈਂ ਤੁਹਾਨੂੰ ਛੋਟਾ ਜਿਹਾ ਸਰਵੇ ਦੱਸ ਦੇਣਾ ਸਰ, ਹੁਣੇ ਛੋਟਾ ਜਿਹਾ ਸਰਵੇ ਹੋਇਆ ਜੁਕੂਸਾ ਨੇ ਕੀਤਾ ਹੈਗਾ, 60.6% ਲੋਕੀ ਕਹਿ ਰਹੇ ਨੇ ਕਿ they are still ready to buy। ਹਾਲਾਂਕਿ ਇਹ ਸਰਵੇ 3-4 ਦਿਨ ਪਹਿਲੇ ਹੋਇਆ ਸੀਗਾ, ਸਭ ਨੂੰ ਪਤਾ ਸੀ ਇੰਟਰਸਟ ਰੇਟ ਵਧੇਗਾ, ਉਹਦੇ ਬਾਵਜੂਦ ਇਹ ਲੋਕ ਕਹਿ ਰਹੇ ਨੇ we are still ready to buy, ਕਿਉਂਕਿ ਉਹ ਜੋ ਮਰਜ਼ੀ ਹੁੰਦਾ ਰਹੇ ਇਨਫਲੇਸ਼ਨ ਜਾਂ ਕੁਝ 21% ਰੈਂਟ ਦੀ ਗਰੋਥ ਹੈਗੀ। ਅਸੀਂ ਸਿਰਫ ਇਸ ਵਕਤ ਜੀਟੀ ਦੀ ਗੱਲ ਕਰ ਰਹੇ ਹਾਂ, 21% ਰੈਂਟ ਵੱਧ ਗਿਆ, 1.3 ਮਿਲੀਅਨ ਇਮੀਗ੍ਰੈਂਟਸ ਵਗੈਰਾ ਆ ਰਹੇ ਨੇ, ਔਰ ਇਹਨਾਂ ਨਿਊ ਕਮਰਸ਼ਲ ਘਰ ਚਾਹੀਦਾ ਹੈ। ਕਿੱਥੋਂ ਪੂਰਾ ਜ਼ਿਆਦਾ ਵੱਡੀ ਗੱਲ ਕੀ ਕਰਦੇ ਹੋ, ਅੱਜ ਸਵੇਰੇ 10 ਵਜੇ ਮੈਂ ਤੇ ਮੇਰੀ ਵਾਈਫ ਨੇ ਹੁਣੇ ਘਰ ਸਾਈਨ ਕੀਤਾ ਹੈਗਾ, ਡਾਕੂ ਸਾਈਨ ਕੀਤਾ ਹੈਗਾ, ਔਰ ਛੋਟਾ ਮੋਟਾ ਵੀ ਨਹੀਂ, 2 bedroom ਐਂਡ 10 bath ਗਲੈਨ ਹਿਲ ਜਿਹਦੀ ਮੈਂ ਐਡ ਕਰ ਰਿਹਾ, ਵੈਰੀ ਹਾਈ ਐਂਡ, ਜਿਹਦੇ ਅੰਦਰ ਮੈਂ ਕਹਿ ਰਿਹਾ ਸੀਗਾ ਹੂਜ਼ ਹੂ, ਅਗਰ ਤੁਸੀਂ ਮਿਲਣਾ ਚਾਹੁੰਦੇ ਹੋ, ਜਿਹਦੇ ਨਾਲ ਤੁਸੀਂ ਖੜੇ ਹੋ ਕੇ ਫੋਟੋਆਂ ਖਿਚਵਾਉਣਾ ਚਾਹੁੰਦੇ ਹੋ, ਇਸ ਬਿਲਡਿੰਗ ਦੇ ਅੰਦਰ ਬੁੱਕ ਕਰ ਲਓ, ਤੁਸੀਂ ਰੋਜ਼ ਲਿਫਟਾਂ 'ਚ ਮਿਲੋਗੇ ਉਹਨਾਂ ਨੂੰ। ਮੈਂ ਹੁਣੇ ਸਵੇਰੇ 2.5 ਮਿਲੀਅਨ ਦਾ ਇੱਕ ਹੁਣ ਸਵੇਰੇ ਸਾਈਨ ਕੀਤਾ, ਕਹਿੰਦਾ ਮੈਂ ਪਿਕਚਰ ਕਿਸੇ ਤੁਹਾਨੂੰ ਹੁਣੇ ਭੇਜ ਦੇਣਾ, ਹੁਣੇ ਸਾਈਨ ਕੀਤਾ, ਬਿਕੋਜ਼ ਦਿਸ ਇਜ਼ ਅ ਟਾਈਮ ਟੂ ਬੁੱਕ ਐਟ ਦ ਲੋ। ਦੇਖੋ ਅਪਾਰਟਮੈਂਟ ਦੇ ਅੰਦਰ ਤਾਂ ਕੋਈ ਫਰਕ ਹੀ ਨਹੀਂ ਪਿਆ ਪ੍ਰਾਈਸ ਦੇ ਅੰਦਰ, ਘਰਾਂ ਦੇ ਅੰਦਰ ਪਿਆ ਕਿਉਂਕਿ ਲੋਕ ਅਫੋਰਡ ਨਹੀਂ ਕਰ ਪਾ ਰਹੇ ਔਰ ਘਰਾਂ ਵੱਲ ਜਾ ਰਹੇ, ਅਪਾਰਟਮੈਂਟ ਵੱਲ ਜਾ ਰਹੇ ਨੇ। ਨੋਬਡੀ ਕੈਨ ਸਟਾਪ ਇਟ, ਕਿਉਂਕਿ ਕਾਸਟ ਪੂਰੀ ਹੋ ਰਹੀ। ਇੱਕ ਹੋਰ ਸਰਵੇ ਬੜਾ ਇੰਟਰਸਟਿੰਗ ਆਏਗਾ ਕਿ ਇੰਟਰਸਟ ਰੇਟ ਵਧਣ ਦਾ ਨੈਗੇਟਿਵ ਇਫੈਕਟ ਜਿਹੜਾ ਹੈਗਾ ਕੀ ਹੋਏਗਾ। 13% ਲੋਕਾਂ ਨੇ ਕਿਹਾ ਕਿ ਆਈ ਡੂ ਸਟਰੋਂਗਲੀ ਡਿਸਐਗਰੀ, ਔਰ 8% ਨੇ ਕਿਹਾ ਸਰ 21% ਲੋਕੀ ਤਾਂ ਕਹਿ ਰਹੇ ਨੇ ਅਸੀਂ ਡਿਸਐਗਰੀ ਕਰਨੇ ਆ, ਔਰ ਉਹਦੇ ਅੰਦਰ 25% ਲੋਕੀ ਕਹਿ ਰਹੇ ਨੇ ਕਿ ਵੀ ਆਰ ਨਿਊਟਰਲ। ਯਾਨੀ ਕਿ ਇੰਟਰਸਟ ਦਾ ਫਰਕ ਨਹੀਂ ਹੈ, ਲੋਨ ਮਿਲ ਜਾਏ ਦੀ ਇੰਤਜ਼ਾਰ ਹੋ ਰਹੀ ਹੈ, ਲੋਨ ਮਿਲ ਨਹੀਂ ਪਾ ਰਿਹਾ ਲੋਕਾਂ ਨੂੰ। ਹਰ ਮੌਰਗੇਜ ਸ਼ਾਨ ਹੋਇਆ ਪਿਆ, ਜਿਹੜਾ ਮੌਰਗੇਜ ਏਜੰਟ ਹੈਗਾ ਉਹ ਗਾਹਕ ਉਹਨਾਂ ਕੋਲ ਹੈਗੇ ਨੇ ਔਰ ਉਹਨੂੰ ਮੌਰਗੇਜ ਨਹੀਂ ਮਿਲ ਰਹੀ ਕਿਉਂਕਿ ਅਪਰੂਵਲ ਦਾ ਪੰਗਾ ਹੋਇਆ ਪਿਆ। ਹੋਰ ਬੜੀਆਂ ਗੱਲਾਂ ਨੇ। ਵੈਨ ਡੂ ਯੂ ਪਲਾਨ ਟੂ ਮੇਕ ਯੂਰ ਹੋਮ ਪਰਚੇਸ, ਇਹ ਸਰਵੇ ਦਾ ਕੁਐਸਚਨ ਸੀਗਾ। 9 to 10% ਨੇ ਕਿਹਾ ਇਮੀਡੀਏਟਲੀ 1 to 3 months, 16% ਨੇ ਕਿਹਾ ਵਿਦਿਨ 4 to 6 months। ਇਹ ਫਿਗਰ ਛੋਟੀਆਂ ਨਹੀਂ ਹੈਗੀਆਂ ਸਰ, ਰੀਅਲ estate ਦੇ ਉੱਤੇ ਫਰਕ ਪੈ ਹੀ ਨਹੀਂ ਸਕਦਾ। ਇਹ ਟੈਂਪਰੇਰੀ ਇੰਪੈਕਟ ਹੈਗਾ ਜਿਹੜਾ ਆਟੋਮੈਟਿਕਲੀ ਉਹਨੇ ਗਾਇਬ ਹੋਣ ਵਾਲਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਸਾਡੇ ਆਫਿਸ ਦੇ ਅੰਦਰ।
साढ़े ऑफिस के अंदर नजर आना शुरू हो गया, मल्टीपल ऑफर्स वगैरह जा रही हैं इस वक्त इफ द प्राइस इज राइट। लेकिन आदमी हुण भी सपने सुता होया कि मेरे तो वही प्राइस चाहिए वो तो विकेगा ही नहीं, फिर उसके वास्ते कोई उन्होंने भी सुता होया बंदा ही आएगा जिहड़ा उसके वास्ते स्पैशल रब बनाएगा जा अभी तो जाके लिया सबरवाल को, क्योंकि सबरवाल जिहड़ा बड़ा वधिया बंदा हैगा वो इस गलतफहमी बैठे ने, उन्होंने नहीं विक रहा बस। ठीक है, बड़ी वधिया बड़ी इंटरेस्टिंग जानकारी तुम शेयर कर रहे हो सर। एक सवाल बड़ा इंपॉर्टेंट आया, वो कह रहे हैं कि युद्धवीर जी कैन यू प्लीज आस्क कि पीके जी या किसी वो मोगा जी किसी ਨੂੰ ਪੁੱਛੋ ਇਹ ਲੈਂਡਰ ਇਹ ਪਹਿਲਾਂ ਨੋਟਿਸ ਕਰਨ ਵਾਲੀ ਗੱਲ ਹੈ ਕਿ ਇਹ ਲੈਂਡਰ ਹੈਗਾ ਜੀ ਇਸ ਕੇਸ ਦੇ ਵਿੱਚ ਇਹ ਲੈਂਡਰ ਗਿਵ ਰਿਟਨ ਪ੍ਰੀ ਅਪਰੂਵਲ ਲਾਸਟ ਈਅਰ, ਰਿਟਨ ਉਹਨਾਂ ਨੂੰ ਮਿਲੀ ਹੈ ਜੀ ਪ੍ਰੀ ਅਪਰੂਵਲ ਲਾਸਟ ਈਅਰ ਉਹਨਾਂ ਨੂੰ ਮਿਲੀ ਹੈ ਫॉर ਬਿਲਡਰਸ ਹੋਮ ਐਟ लो ਇੰਟਰਸਟ ਰੇਟ and the closing is in the next couple of months. Would the banker keep the same rate, terms and conditions, 5-year fixed, 30 years amortization? जी नो बिल्कुल भी नहीं, उन्होंने पूरा पढ़ा ही नहीं, उन्होंने प्री अप्रूवल पूरा पढ़ा ही नहीं। भाई साहब ने कहो प्री अप्रूवल पूरा पढ़ो, उन्होंने बड़ा क्लियर लिखा होगा ਉਹਦੇ ਥੱਲੇ 90 डेज जद रह ਜਾਣਗੇ ਉਹਦੇ ਅੰਦਰ ਉਹ ਦੇਖਣਗੇ ਨਵਾਂ ਤਰੀਕਾ ਨੂੰ ਦਿਸ ਪ੍ਰੀ ਅਪਰੂਵਲ ਇਜ਼ ਨਾਟ ਅ ਕਮਿਟਮੈਂਟ। ਉਹਦੇ ਅੰਦਰ ਬੜਾ ਕਲੀਅਰ ਲਿਖਿਆ ਹੈ ਕਿ ਦੁਬਾਰਾ ਤੁਹਾਨੂੰ ਦੇਖਿਆ ਜਾਏਗਾ ਅੱਜ ਦੀ ਡੇਟ ਦੇ ਉੱਤੇ ਤੁਹਾਨੂੰ ਉਸੇ ਰੇਟ ਤੇ ਅਪਰੂਵ ਕਰ ਰਹੇ ਹਾਂ ਜਿਸ ਵਕਤ ਤੁਹਾਡਾ ਉਹ ਆਏਗਾ ਉਹਦੇ ਉੱਤੇ ਤੁਸੀਂ ਸਾਨੂੰ ਭੇਜੋਗੇ ਐਗਰੀਮੈਂਟ ਅਸੀਂ ਦੇਖਾਂਗੇ परचेज प्राइस ਉਹਦੇ ਉੱਤੇ ਤੁਹਾਨੂੰ ਫਿਰ ਰਿਵਿਊ ਕੀਤਾ ਜਾਏਗਾ ਤੁਹਾਡੀ ਇਨਕਮ ਤੁਹਾਡਾ ਕ੍ਰੈਡਿਟ ਤੁਹਾਡੇ ਹਾਲਾਤ ਉਸ ਹਿਸਾਬ ਨਾਲ ਉਸ ਵਕਤ ਦੇ ਰੇਟ ਦੇ ਹਿਸਾਬ ਨਾਲ ਚੱਲੇਗਾ। ਬਿਲਕੁਲ ਕਮਿਟਮੈਂਟ ਅਗਰ ਉਹਨਾਂ ਨੇ ਦਿੱਤੀ ਹੋਈ ਹੈ ਵਿਦ ਨੋ ਕੰਡੀਸ਼ਨ ਦੈਨ ਯੈਸ ਹੀ ਇਜ਼ ਰਾਈਟ, ਬਟ ਉਹਨਾਂ ਤੁਸੀਂ ਖੁਦ ਹੀ ਕਿਹਾ ਕਿ ਉਹਨਾਂ ਨੇ ਕਿਹਾ ਕਮਿਟਮੈਂਟ ਨਹੀਂ ਹੈ, ਇਟਸ ਅ ਪ੍ਰੀ ਅਪਰੂਵਲ ਨਾ, ਇਹਦਾ ਕੋਈ मतलब नहीं है। जी जी बिल्कुल जी। और अगली कॉल करते हैं जी कमलेश पांडे जी, कमलेश पांडे जी और एंडियर गो अहेड। हाँ जी कमलेश पांडे जी तुम आंदे रहो जी, गो अहेड। मुझे ऐसा लगता है ये प्राइस देख के पीके सबरवाल साहब, मेरे एक दोस्त ने घर लगाया था तो मुझे ये दिवाली के फंक्शन में मिल गया मंदिर में, तो वो बोल रहा था कि भाई हमारी कम्युनिटी उसने लगाया 850 तक उसको बेचना है, उसने लगाया बोलता था कि हमारी कम्युनिटी में हमारे साइज के टाउन हाउस 1150 तक गए। मैंने उसको बोला देख भाई एक जनरेशन में एक बार जवानी आती है, दूसरी बार नहीं है। अपने जनरेशन की जवानी आ गई, मतलब सबसे हाईएस्ट मार्केट चला गया, वो दिन वापस नहीं आ सकते और तेरे बच्चे की जवानी आएगी। तो उसने मेरे सामने ही रियल एस्टेट को फोन करके बोला अच्छा 840 वाला ऑफर एक्सेप्ट कर ले। अब समझ गया वो कि एक बार जवानी आती है, दो बार नहीं आती है। तो एक बार आ गया फरवरी का प्राइस, वो दूसरी बार नहीं आएगा। तो ये प्राइस जरा जिसकी जल्दी हो गई सर। तो मैं देखो ना ये मैं अभी किसी का घर लगाया हुआ था, हमारे ऑफिस में किसी का घर लगाया हुआ था, तो वो घर लगा हुआ था, उसने कहा जी 1.5 मिलियन का लगाओ। भाई कैसे लगाए, कंपैरिजन देखो। मेरे को मेरे एजेंट ने कहा, मैं मना करता हूँ, लिस्ट करते ही नहीं, कहता नहीं सर मेरे रिश्तेदार हैं मैं क्या करूँ, चलो लगा लो। उसके बाद वो लेडी क्या कहती है प्राइस गिरता, हमने बोला कि 1.2 इधर है, नहीं मेरे को मेरी जेब में 1.5 मिलियन चाहिए। तो मैं कहा जो तेरे जेब में 1.5 मिलियन डालेगा कोई पागल, कोई बुद्धू, कोई सिरफरा, कोई तू ढूंढ, शायद वो आ जाए तेरे पास। तो ये क्यों नहीं सोचती कि जो तेरे को जेब में चाहिए देने वाला पागल है, वो भी तो किसी रिलेटिव का घूम रहा है उसको। मैं कहा तुम अगर बोलूं कि उस फलाने को 1.5 मिलियन चाहिए, क्या तुम उसको 1.5 मिलियन दे दोगी? चुप। मतलब उसके बाद जब मार्केट नीचे आई, अच्छा मेरे को 1.4 दिला दो, और नीचे आई मेरे को 1.3 दिला दो, और नीचे आई अच्छा 1.2 दिलवा दो। आजकल मेरे को मैसेज आ रहा है कुछ हो सकता है। मैंने कहा कि ये तब तुमने क्यों नहीं सोचा जब हम तुम्हें कह रहे थे कि तुम्हारी पॉकेट में 1.3 आ जाएगा। जुआनी चलेगी उनकी, दूसरी बार नहीं आएगी। हाँ वो समझते हैं, प्रैक्टिकल होना बहुत जरूरी है। सर जी मेरा भाई मेरे कमलेश जी हम ये सोचते हैं कि कोई मूर्ख आएगा और ले लेगा। आप अपने को उस सीट में बिठाओ और देखो कि क्या तुम्हें बोलेंगे लेने के लिए, क्या तुम वो ले लोगे। ये सोचते ही नहीं है। ये आपकी बात बहुत अच्छी है। ठीक है जी, थैंक यू कमलेश जी। अगली कॉल जी राम सिंह जी तुम आंदे हो, राम सिंह जी को सर सॉरी राम सिंह जी एक सेकंड होल्ड कर लेना, मैं चाहूंगा। हाँ जी पीके जी कोई अनाउंसमेंट करनी है पहले उतनी टाइम ले लो। हाँ जी पीके जी। भाई मैं बता रहा था कि वी हैव लॉट मेनी प्रोजेक्ट्स फॉर एनी रियल एस्टेट नीड, यू कैन कांटेक्ट अस। बहुत प्रोजेक्ट है मार्केट में, एक से एक अच्छे प्रोजेक्ट में मार्केट में इसका आए हुए हैं, बड़ी अच्छी लॉन्ग क्लोजिंग वाले पड़े हुए हैं। जैसे मैंने बताया कि अभी सुबह ही मैंने एक अकाउंट अपने लिए बुक किया। दिस इज द राइट टाइम टू हिट द मार्केट। इसका बहुत इंसेंटिव्स मिल रहे हैं बिल्डरों से, बिल्डर भी थोड़े पैनिक हुए पड़े इस वक्त, उसका फायदा उठा लो। बट कंडीशन इज मिनिमम 3 ईयर क्लोजिंग। और मैंने जो सुबह नेगोशिएट किया सर, आप सुन के हैरान आ जाओगे, उस हो सकता मैं कर दूं, आई एम नॉट प्रॉमिसिंग। पार्किंग $1,00,000 की फ्री ली है, क्योंकि 3 साल से कम की क्लोजिंग आ रही थी थोड़ी सी, या 3 साल लगभग आ रही थी। पार्किंग फ्री नेगोशिएट मैंने की है उनके साथ। बड़ी अच्छी नेगोशिएशन हो सकती है, ऐसी कोई दिक्कत नहीं है, प्रोवाइडेड आपके हिसाब से सारी टर्म्स एंड कंडीशन अगर ना हो तो हम उसको नेगोशिएट कर सकते हैं। फॉर एनी रियल एस्टेट नीड 647-299-4757।